ਹੰਬਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ। ਕੈਨੇਡਾ ਸਰਕਾਰ ਵੱਲੋਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਪਲ ਵਿੱਚ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ, ਨਵੀਆਂ ਤੋਂ ਨਵੀਆਂ ਅਪਡੇਸ਼ਨਸ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ। ਸੋ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀਆਂ ਕੈਨੇਡੀਅਨ ਇਮੀਗ੍ਰੇਸ਼ਨ ਵਿੱਚ ਲੇਟੈਸਟ ਅਪਡੇਸ਼ਨਸ ਆਈਆਂ ਨੇ ਉਹਦੇ ਤੋਂ ਆਪਣੇ ਦਰਸ਼ਕਾਂ ਨੂੰ ਅਸੀਂ ਜਾਣੂ ਕਰਵਾ ਸਕੀਏ। ਸੋ ਹਰ ਵਾਰ ਦੀ ਤਰ੍ਹਾਂ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜੋ ਕਿ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ, ਨਾਲ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਵਧੇਰੇ ਜਾਣਕਾਰੀ ਵੀ ਦੇਣਗੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਤੇ RD ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਸਰ ਅੱਗੇ ਹੁੰਦਾ ਸੀ ਅਪਡੇਸ਼ਨਸ ਲਈ ਵੇਟ ਕਾਫੀ ਟਾਈਮ ਕਰਨਾ ਪੈਂਦਾ ਸੀ ਕਿ ਕਦੋਂ ਕਿਹੜੀ ਕੈਟੇਗਰੀ ਦੇ ਉੱਤੇ ਨਵੀਂ ਅਪਡੇਸ਼ਨ ਆਏਗੀ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਦੂਸਰੇ ਤੀਸਰੇ ਦਿਨ ਕੋਈ ਨਾ ਕੋਈ ਨਵਾਂ ਬਿਆਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਾਹਮਣੇ ਆ ਰਿਹਾ ਵਾ। ਤੇ ਹੁਣ ਵੀ ਲੇਟੈਸਟ ਜਿਹੜਾ ਹੁਣੀ ਪਰਸੋਂ ਇੱਕ ਬਿਆਨ ਆ ਕੇ ਹਟਿਆ ਕਿ ਜਿਹੜੇ ਇੱਥੇ ਕੈਨੇਡਾ ਵਿੱਚ ਟੂਰਿਸਟ ਆਏ ਹੋਏ ਨੇ ਉਹ ਆਪਣੇ ਵੀਜ਼ਾ ਨੂੰ ਵਰਕ ਪਰਮਿਟ 'ਚ ਜਿਹੜਾ ਚੇਂਜ ਕਰ ਸਕਦੇ ਨੇ। ਤਰਨ ਜੀ, ਲੇਟੈਸਟ ਚੱਲ ਕੀ ਰਿਹਾ ਬੇਸਿਕਲੀ, ਜਦੋਂ ਲੋਕਡਾਊਨ ਸੀਗਾ ਤੇ ਕਾਫੀ ਸਾਰੀਆਂ ਚੀਜ਼ਾਂ ਰੁਕ ਗਈਆਂ ਸੀਗੀਆਂ। ਸੋ ਉਹਦੇ ਕਰਕੇ ਜਿਹੜੇ ਫੋਰਨ ਵਰਕਰਸ ਆਉਂਦੇ ਸੀਗੇ, ਹਰ ਸਾਲ ਕੈਨੇਡਾ ਨੂੰ ਫੋਰਨ ਵਰਕਰਸ ਦੀ ਵੱਡੀ ਤਾਦਾਦ ਦੇ ਵਿੱਚ ਫੋਰਨ ਵਰਕਰਸ ਦੀ ਲੋੜ ਪੈਂਦੀ ਹੈਗੀ ਹੈ। ਸੋ ਉਹ ਜਿਹੜੇ ਸਕਿੱਲਸ ਸੀਗੇ, ਫਾਰਮ ਵਰਕਰਸ ਦੇ ਵੀ ਗੱਲ ਕਰ ਲਈਏ ਅਸੀਂ, ਈਵਨ ਕੁੱਕ ਸ਼ੈਫਸ ਦੀ ਗੱਲ ਕਰ ਲਈਏ, ਵੈਲਡਰਸ ਦੀ ਗੱਲ ਕਰ ਲਈਏ, ਇਲੈਕਟ੍ਰੀਸ਼ੀਅਨਸ ਦੀ ਗੱਲ ਕਰ ਲਈਏ, ਟਰੱਕ ਡਰਾਈਵਰਸ ਦੀ ਗੱਲ ਕਰੀਏ, ਕੰਸਟਰਕਸ਼ਨ ਇੰਡਸਟਰੀ ਨਾਲ ਜਿੰਨੇ ਵੀ ਰਿਲੇਟਡ ਹੈਗੇ ਨੇ, ਉਹ ਐਪਲੀਕੈਂਟਸ ਆ ਨਹੀਂ ਸਕੇ। ਉਹ ਜਿਹੜੇ ਆਉਣਾ ਚਾਹੁੰਦੇ ਸੀਗੇ ਫੋਰਨ ਵਰਕਰਸ, ਦੇ ਕੁਡ ਨਾਟ ਕੰਮ। ਸੋ ਬੇਸਿਕਲੀ ਲੋਕਡਾਊਨ ਹੋ ਕੇ ਉਹ ਸਾਰਾ ਚੀਜ਼ ਰਹਿ ਗਈ। ਹੁਣ ਹੋਇਆ ਕੀ ਹੈਗਾ ਕਿ ਬਹੁਤ ਸਾਰੇ ਵਿਜ਼ਟਰ ਤੇ ਐਪਲੀਕੈਂਟਸ ਲੋਕ ਇੱਥੇ ਕੈਨੇਡਾ 'ਚ ਮੌਜੂਦ ਸੀਗੇ ਜਿਨ੍ਹਾਂ ਦੇ ਕੋਲ ਸਿਮਿਲਰ ਸਕਿੱਲ ਸੈਟਸ ਹੈਗੇ ਨੇ, ਜਿਨ੍ਹਾਂ ਦੇ ਕੋਲ ਟਰੱਕਿੰਗ ਦਾ ਲਾਇਸੈਂਸ ਹੈਗਾ, ਟਰੱਕ ਡਰਾਈਵਰ AZ ਲਾਇਸੈਂਸ ਹੈਗਾ, ਕਿਸੇ ਕੋਲ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ, ਖੇਤੀਬਾੜੀ ਦਾ ਐਕਸਪੀਰੀਅੰਸ ਹੈਗਾ। ਸੋ ਉੱਥੇ ਉਹੀ ਸਕਿੱਲ ਸੈਟ ਇੱਥੇ ਘਾਟ ਦੇ ਵਿੱਚ ਹੈਗੇ ਨੇ। ਸੋ ਇਹ ਡਿਸੀਜਨ ਇਸੇ ਕਰਕੇ ਲਿੱਤਾ ਗਿਆ ਤਾਂ ਕਿ ਜਿਹੜੀ ਇਹ ਸ਼ਾਰਟਫਾਲਸ ਚੱਲ ਰਹੀਆਂ ਲੇਬਰ ਇੰਡਸਟਰੀ ਦੀਆਂ, ਉਹ ਅਸੀਂ ਵਰਕਫੋਰਸ ਦੀਆਂ ਉਹ ਕਵਰ ਕਰ ਸਕੀਏ। ਸੋ ਉਹਦੇ ਕਰਕੇ ਹੀ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਸਾਡਾ ਇਹ ਡਿਸੀਜਨ ਲਿੱਤਾ। ਸੋ ਜਿਹੜੇ ਵੀ ਵਿਜ਼ਟਰ ਵੀਜ਼ਾ ਤੇ 24 ਅਗਸਤ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਲੈਂਡ ਹੋਏ ਨੇ, ਉਹ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਨੇ। 24 ਅਗਸਤ ਤੋਂ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਹੋਣਾ ਚਾਹੀਦੇ ਹੋ, ਤੁਹਾਡਾ ਲੀਗਲ ਸਟੇਟਸ ਹੋਣਾ ਚਾਹੀਦਾ। ਦੂਜਾ, ਤੁਹਾਡੇ ਕੋਲ ਅਪਰੂਵਡ LMI ਹੋਣਾ ਚਾਹੀਦਾ। ਜੇ LMI ਤੁਹਾਡੇ ਕੋਲ ਅਪਰੂਵਡ ਹੈਗਾ ਤੇ ਪਹਿਲੇ ਬਾਰਡਰ ਤੇ ਜਾ ਕੇ ਅਸੀਂ ਫਲੈਗ ਪੋਲਿੰਗ ਕਰਦੇ ਸੀਗੇ, ਬਾਰਡਰ ਤੇ ਜਾ ਕੇ ਘੁੰਮ ਕੇ ਆਉਂਦੇ ਸੀ। ਹੁਣ ਬਾਰਡਰ ਬੰਦ ਹੋਣ ਕਰਕੇ 99% ਬਾਰਡਰਸ ਹਾਲੇ ਵੀ ਵਰਕ ਨਹੀਂ ਕਰ ਰਹੇ ਉਸ ਤਰ੍ਹਾਂ। ਸੋ ਐਸੇ ਵਾਸਤੇ ਇਨਸਾਈਡ ਐਪਲੀਕੇਸ਼ਨ ਸ਼ੁਰੂ ਹੋ ਗਈਆਂ ਤਾਂ ਕਿ ਬਾਰਡਰ ਤੇ ਜਾਣ ਦੀ ਲੋੜ ਹੀ ਨਾ ਪਵੇ ਤੇ ਵਿਦਿਨ ਕੈਨੇਡਾ ਹੀ ਸਟੇਟਸ ਚੇਂਜ ਹੋ ਜਾਵੇ। ਸੋ ਫਲੈਗ ਬੋਲਿੰਗ ਦਾ ਵੀ ਖਤਮ ਹੋ ਜਾਵੇ ਐਂਡ ਬਾਹਰੋਂ ਐਪਲੀਕੇਸ਼ਨ ਲਗਾਉਣ ਦਾ ਵੀ। ਸੋ ਜਿਹੜੇ ਐਪਲੀਕੈਂਟਸ ਵਿਦਿਨ ਕੈਨੇਡਾ ਮੌਜੂਦ ਹੈਗੇ ਨੇ, ਜਿਨ੍ਹਾਂ ਦੇ ਕੋਲ ਪੋਜ਼ਿਟਿਵ LMI ਹੈਗਾ, ਉਹ ਇਸ ਚੀਜ਼ ਦਾ ਬੈਨੀਫਿਟ ਲੈ ਸਕਣ। ਨਾਲ ਦੀ ਨਾਲ ਬਿਜ਼ਨਸਮੈਨ ਇਸ ਚੀਜ਼ ਦਾ ਬੈਨੀਫਿਟ ਲੈ ਸਕਣ, ਬਿਕੋਜ਼ ਜਿਹੜਾ ਸ਼ਾਰਟਫਾਲਸ ਕਿਸੇ ਵੀ ਬਿਜ਼ਨਸ ਨੂੰ ਬੈਡਲੀ ਹਰਟ ਕਰਦਾ। ਹੁਣ ਜੇ ਅਸੀਂ ਗੱਲ ਕਰੀਏ ਕਿ ਫਾਰਮ ਸੈਕਟਰ ਨੂੰ, ਫਾਰਮ ਸੈਕਟਰ ਹੈਜ਼ ਬੀਨ ਵੈਰੀ ਬੈਡਲੀ ਅਫੈਕਟਡ ਦਿਸ ਈਅਰ। ਦਾ ਰੀਜ਼ਨ ਇਜ਼ ਕਿ ਜਿਹੜੇ ਲੇਬਰਸ ਆਉਂਦੇ ਸੀਗੇ, ਸੀਜ਼ਨਲ ਵਰਕਰਸ ਆਉਂਦੇ ਸੀਗੇ, ਉਹ ਆ ਨਹੀਂ ਸਕੇ। ਉਹਦੇ ਕਰਕੇ ਉਹਨਾਂ ਦੀ ਪਹਿਲੇ ਲੇਟ ਹੋ ਗਿਆ, ਲਗਾਉਣਾ ਲੇਟ ਹੋ ਗਿਆ, ਉਸ ਤੋਂ ਬਾਅਦ ਕਟਿੰਗ ਲੇਟ ਹੋ ਗਈ। ਸੋ ਐਵਰੀਥਿੰਗ ਹੈਜ਼ ਬੀਨ ਡਿਲੇਡ। ਸੋ ਬਹੁਤ ਨੁਕਸਾਨ ਹੋਇਆ ਬਿਜ਼ਨਸਮੈਨ ਦਾ। ਇਸੇ ਤਰ੍ਹਾਂ ਕੰਸਟਰਕਸ਼ਨ ਇੰਡਸਟਰੀ ਨਾਲ ਜਿੰਨੇ ਰਿਲੇਟਡ ਹੈਗੇ ਨੇ, ਉਹ ਚੀਜ਼ਾਂ ਉਹ ਬੈਨੀਫਿਟ ਨਹੀਂ ਲੈ ਸਕੇ। ਸੋ ਇਹ ਇਸੇ ਵਾਸਤੇ ਕੀਤਾ ਗਿਆ ਤਾਂ ਕਿ ਬਿਜ਼ਨਸਮੈਨ ਵੀ ਆਪਣਾ ਬਿਜ਼ਨਸ ਸਰਵਾਈਵ ਕਰ ਸਕੇ, ਰਿਟੇਨ ਕਰ ਸਕੇ ਜਿਹੜਾ ਬਿਜ਼ਨਸ ਉਹਨਾਂ ਦੇ ਕੋਲ ਹੈਗਾ, ਐਂਡ ਜਿਹੜਾ ਐਪਲੀਕੈਂਟ ਵਿਦਿਨ ਕੈਨੇਡਾ ਮੌਜੂਦ ਹੈਗਾ ਉਹ ਵੀ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕੇ। ਤੁਸੀਂ ਕਿਹਾ ਕਿ 24 ਅਗਸਤ ਤੋਂ ਪਹਿਲਾਂ ਇੱਥੇ ਆਇਆ ਹੋਣਾ ਚਾਹੀਦਾ। ਜਿਨ੍ਹਾਂ ਦਾ ਇਸ ਵਕਤ ਸਟੇਟਸ ਵਿਜ਼ਟਰ ਵੀਜ਼ਾ ਦਾ ਐਕਸਪਾਇਰ ਹੋਣ ਵਾਲਾ, ਜਾਂ ਉਹਨਾਂ ਨੇ ਆਪਣੀਆਂ ਐਪਲੀਕੇਸ਼ਨਸ ਐਕਸਟੈਂਡ ਕਰਵਾਉਣ ਲਈ ਦਿੱਤੀਆਂ ਹੋਈਆਂ ਬਟ ਅਜੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਕਿ ਉਹ ਵੀ ਇਸ ਦੇ ਲਈ ਅਪਲਾਈ ਕਰ ਸਕਦੇ? 100% ਕਰ ਸਕਦੇ ਹੈ ਜੀ। ਔਰ ਜੇ ਉਹਨਾਂ ਕੋਲ ਸਟੇਟਸ ਹੈਗਾ ਆ ਜਾਂ ਰਿਨਿਊਅਲ ਹੋਣ ਤੋਂ ਬਾਅਦ ਫਿਰ ਸਟੇਟਸ ਆ ਜਾਏਗਾ, ਦੇ ਆਰ ਆਲ ਐਲੀਜੀਬਲ ਟੂ ਟੇਕ ਐਡਵਾਂਟੇਜ ਆਫ ਦਿਸ ਪ੍ਰੋਗਰਾਮ। ਕਦੋਂ ਤੱਕ ਦੀ ਟਾਈਮ ਪੀਰੀਅਡ ਹੈ, ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ? 31 ਮਾਰਚ 2021। ਓਕੇ। 2021 ਤੋਂ ਪਹਿਲਾਂ ਜੇ ਤੁਹਾਡਾ LMI ਤੁਹਾਡੇ ਕੋਲ ਆ ਗਿਆ ਤੇ ਤੁਸੀਂ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾ ਦਈਏ ਤਾਂ ਤੁਸੀਂ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਕੰਸੀਡਰ ਹੋਗੇ ਜੀ। ਇਹਦੇ ਲਈ ਕੋਈ ਸਪੈਸੀਫਿਕ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਕੋਈ ਫੀਲਡਸ ਵਗੈਰਾ ਨੇ, ਜਾਂ ਜਿਵੇਂ ਫਰੰਟ ਲਾਈਨ ਵਰਕਰਸ ਨੂੰ ਅੱਜਕੱਲ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ, ਜਾਂ ਕਿਸੇ ਵੀ ਕੈਟਾਗਰੀ ਵਿੱਚ ਜੇਕਰ ਤੁਹਾਡੇ ਕੋਲ ਓਪਰਚੁਨਿਟੀ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ? ਕਿਸੇ ਵੀ ਕੈਟਾਗਰੀ ਦੇ ਵਿੱਚ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਹੈ ਤੇ ਤੁਸੀਂ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਹੋ। ਤਰਨ ਮੈਂ ਇੱਕੋ ਚੀਜ਼ ਕਵਾਂਗਾ, ਜਿੰਨੇ ਵੀ ਬਿਜ਼ਨਸਮੈਨ ਹੈਗੇ ਨੇ, ਹੁਣ
ਜੇ ਅਸੀਂ ਗੱਲ ਕਰੀਏ ਜੇ ਕਿਸੇ ਸਾਡੇ ਦੋਸਤ ਦੇ ਰੈਸਟੋਰੈਂਟਸ ਹੈਗੇ ਨੇ ਹੋਟਲਸ ਹੈਗੇ ਨੇ ਦੇ ਆਰ ਸ਼ਾਰਟ ਆਫ ਪੀਪਲ ਉਹਨਾਂ ਦੇ ਕੋਲ ਕੁੱਕ ਵੀ ਨਹੀਂ ਮਿਲ ਰਹੇ ਸਕਿਲਡ ਵਰਕਰ ਨਹੀਂ ਮਿਲ ਰਹੇ ਜੇ ਕਿਸੇ ਨੂੰ ਅੱਛਾ ਰੈਸਟੋਰੈਂਟ ਮੈਨੇਜਰ ਚਾਹੀਦਾ ਬਿਕੋਜ਼ ਇੱਥੇ ਵਿਦਿਨ ਕੈਨੇਡਾ ਵੀ ਬਹੁਤ ਸਾਰੇ ਜਿਹੜੇ ਪੀਆਰ ਸਿਟੀਜ਼ਨ ਸੀਗੇ ਔਰ ਲੇਆਫਸ ਲੈ ਕੇ ਬੈਠੇ ਹੋਏ ਨੇ ਦੇ ਆਰ ਨਾਟ ਰੈਡੀ ਟੂ ਵਰਕ ਲੋਟ ਆਫ them ਸੋ ਆਫਿਸਰਸ ਨੂੰ ਜਸਟੀਫਾਈ ਹੋਣਾ ਚਾਹੀਦਾ ਹੈ ਕਿ ਕਿਸੇ ਫੋਰਨ ਵਰਕਰ ਨੂੰ LMIA ਦੇਣ ਜਾ ਰਹੇ ਨੇ ਸੋ ਜੇ ਉਹ ਜਸਟੀਫਿਕੇਸ਼ਨ ਐਂਡ ਜਸਟੀਫਿਕੇਸ਼ਨ ਵੀ ਤੁਹਾਡੇ ਕੰਸਲਟੈਂਟ ਦੇ ਉੱਤੇ ਡਿਪੈਂਡ ਕਰੇਗੀ ਉਹ ਕਿਸ ਤਰ੍ਹਾਂ ਐਪਲੀਕੇਸ਼ਨ ਪੁੱਟ ਅਪ ਕਰ ਰਿਹਾ ਜੇ ਅਸੀਂ ਗੱਲ ਕਰੀਏ ਤਰਨ ਜੀ ਪਿਛਲੇ 4 ਹਫ਼ਤਿਆਂ ਦੇ ਵਿੱਚ ਆਈ ਥਿੰਕ ਅਸੀਂ 20 ਤੋਂ ਪਲੱਸ LMIAs ਅਪਰੂਵ ਕਰਾਏ ਨੇ ਆਪਣੀ ICC ਇਮੀਗ੍ਰੇਸ਼ਨ ਤੇ ਸੋ ਬਟ ਅਸੀਂ ਵੀ ਗੋ ਇਨਟੂ ਦਾ ਐਕਸਟਰਾ ਡੈਪਥ ਜਦ ਵੀ ਅਸੀਂ ਕਿਸੇ ਕਲਾਇੰਟ ਵਾਸਤੇ ਕੰਮ ਕਰਦੇ ਹਾਂ ਕਿਸੇ ਬਿਜ਼ਨਸ ਹਾਊਸ ਵਾਸਤੇ ਕੰਮ ਕਰਦੇ ਹਾਂ ਕਿਸੇ ਵੀ ਰੈਸਟੋਰੈਂਟ ਵਾਸਤੇ ਹੋਟਲ ਵਾਸਤੇ ਟਰੱਕਿੰਗ ਇੰਡਸਟਰੀ ਵਾਸਤੇ ਫਾਰਮ ਵਰਕਰਸ ਵਾਸਤੇ ਜਾਂ IT ਵਾਸਤੇ ਕੰਮ ਕਰਦੇ ਹਾਂ ਵੀ ਮੇਕ ਸ਼ੋਰ ਵੀ ਗੋ ਟੂ ਦਾ ਐਕਸਟਰਾ ਡੂ ਦਾ ਐਕਸਟਰਾ ਐਫਰਟਸ ਫॉर them ਤਾਂ ਕਿ ਆਫਿਸਰ ਕੱਲ ਨੂੰ ਕੋਈ ਕੁਐਸਚਨ ਨਾ ਕਰ ਸਕਣ ਜਿਹੜਾ ਵੀ EMPLOYER ਸਾਡਾ ਐਪਲੀਕੈਂਟ ਪਿਕ ਕਰਦਾ ਵੀ ਗੋ ਇਨਟੂ ਦਾ ਐਕਸਟਰਾ ਡੈਪਥ ਕਿ ਕਿਉਂ ਇਹ ਐਪਲੀਕੈਂਟ ਪਿਕ ਕੀਤਾ ਜਾ ਰਿਹਾ ਸੋ ਅਸੀਂ ਜਦੋਂ ਆਫਿਸਰ ਨੂੰ ਅਸੀਂ ਸਬ ਪ੍ਰੂਫਸ ਦੇਣੇ ਹੁੰਦੇ ਸਬਮਿਸ਼ਨਸ ਦੇਣੇ ਹੁੰਦੇ ਵੀ ਗਿਵ them ਐਂਪਲ ਪ੍ਰੂਫ ਤਾਂ ਕਿ ਆਫਿਸਰ ਦੇ ਕੋਲ ਨਾ ਕਰਨ ਦੇ ਚਾਂਸਸ ਹੀ ਨਾ ਬਚਣ ਸਰ ਜਿਵੇਂ ਤੁਹਾਡੇ ਕੋਲ ਵੀ EMPLOYERS ਆਉਂਦੇ ਨੇ ਗੱਲਬਾਤ ਕਰਦੇ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਵਿਜ਼ਟਰ ਵੀਜ਼ਾ ਵਾਲਿਆਂ ਕੋਲ ਉਹ ਸਕਿੱਲਸ ਹੈਗੀਆਂ ਉਹ ਅਪਲਾਈ ਕਰ ਸਕਦੇ ਇਸ ਦੇ ਅਧੀਨ 100% ਤਰਨ ਜੀ ਕਿਉਂਕਿ ਵੀ ਹੈਵ ਬੀਨ ਇਨ ਬਿਜ਼ਨਸ ਫॉर ਆਲਮੋਸਟ 14 ਇਅਰਸ ਨਾਓ ਤੇ ਸਾਡੇ ਕੋਲ ਵੀ ਕਾਫੀ ਸਾਰੇ ਇਹੋ ਜਿਹੇ ਐਪਲੀਕੈਂਟਸ ਆ ਜਾਂਦੇ ਨੇ ਇਹੋ ਜਿਹੇ ਬਿਜ਼ਨਸਮੈਨ ਜਿਨ੍ਹਾਂ ਨਾਲ ਅਸੀਂ ਕਾਫੀ ਅਰਸੇ ਤੋਂ ਕੰਮ ਕਰ ਰਹੇ ਹਾਂ ਉਹ ਕਹਿੰਦੇ ਨੇ ਜੇ ਤੁਹਾਡੇ ਕੋਲ ਕੋਈ ਇਹਨਾਂ ਸਕਿੱਲ ਸੈਟਸ ਦਾ ਕੋਈ ਐਪਲੀਕੈਂਟ ਹੈਗਾ ਤੇ ਉਹਨਾਂ ਦਾ CV ਸਾਨੂੰ ਫਾਰਵਰਡ ਕਰ ਦਿਓ ਸੋ ਸਾਡੇ ਕੋਲ ਇਸ ਟਾਈਮ ਹਸਪਿਟੈਲਿਟੀ ਸੈਕਟਰ ਦੀ ਕਾਫੀ ਸਾਰੀਆਂ ਓਪਨਿੰਗਸ ਮੌਜੂਦ ਹੈਗੀਆਂ ਜਿੰਨੇ ਵੀ ਦੋਸਤ ਸਾਡੇ ਹਸਪਿਟੈਲਿਟੀ ਸੈਕਟਰ ਦੇ ਨਾਲ ਜਿਨ੍ਹਾਂ ਦਾ ਤਾਲੁਕ ਹੈਗਾ ਕੁੱਕ ਹੈਗੇ ਨੇ ਸ਼ੈਫ ਹੈਗੇ ਨੇ ਬੇਕਰਸ ਹੈਗੇ ਨੇ ਰੈਸਟੋਰੈਂਟ ਮੈਨੇਜਰਸ ਰੈਸਟੋਰੈਂਟ ਸੁਪਰਵਾਈਜ਼ਰਸ ਹੈਗੇ ਨੇ ਰੂਮ ਕਲੀਨਿੰਗ ਮੈਨੇਜਰ ਰੂਮ ਕਲੀਨਿੰਗ ਸੁਪਰਵਾਈਜ਼ਰ ਹੈਗੇ ਹੋ ਫਰੰਟ ਡੈਸਕ ਮੈਨੇਜਰ ਹੈਗੇ ਹੋ ਹੋਟਲ ਮੈਨੇਜਰ ਹੈਗੇ ਹੋ ਹੋਟਲ ਸੁਪਰਵਾਈਜ਼ਰ ਹੈਗੇ ਹੋ ਤੁਹਾਡੇ ਵਾਸਤੇ ਸਾਡੇ ਕੋਲ ਕਾਫੀ ਸਾਰੀ ਓਪਨਿੰਗਸ ਹੈਗੀਆਂ ਨਾਲ ਦੀ ਨਾਲ ਸਾਡੇ ਕੋਲ ਕਾਫੀ ਓਪਨਿੰਗਸ ਇਸ ਟਾਈਮ ਤੇ ਐਡਮਿਨਿਸਟ੍ਰੇਟਿਵ ਪੋਜੀਸ਼ਨਸ ਦੀਆਂ ਵੀ ਹੈਗੀਆਂ ਆਪਣੇ CVs ਫਾਰਵਰਡ ਕਰੋ ਅਸੀਂ ਆਪਣੇ EMPLOYER ਨਾਲ ਤੁਹਾਡਾ ਇੰਟਰਵਿਊ ਕਰਵਾਵਾਂਗੇ ਇਫ ਦ ਥਿੰਗਸ ਵਰਕ ਆਊਟ and he is ready to do the LMIA for you we will help him in processing that application ਵਿਜ਼ਟਰ ਤੋਂ ਵਰਕ ਪਰਮਿਟਸ ਜੇ ਇਹ ਐਪਲੀਕੇਸ਼ਨਸ ਲਗਾਉਂਦੇ ਆ ਚੇਂਜ ਕਰਨ ਦੇ ਲਈ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਪ੍ਰੋਸੈਸ ਦਾ ਟਾਈਮ ਲੱਗੇਗਾ ਤਰਨ ਜੀ ਸਭ ਤੋਂ ਪਹਿਲਾਂ LMIA ਦੀ ਗੱਲ ਕਰੀਏ ਸਭ ਤੋਂ ਪਹਿਲਾਂ LMIA is the basic requirements LMIA ਨੂੰ ਅਸੀਂ ਗੱਲ ਕਰੀਏ ਤਾਂ LMIA ਕਿਸੇ ਵੀ ਬਿਜ਼ਨਸ ਹਾਊਸ ਨੂੰ ਜੇ ਕੋਈ ਫੋਰਨ ਵਰਕਰ ਚਾਹੀਦਾ ਹੈਗਾ ਤੇ ਉਹਨਾਂ ਨੂੰ ਪੋਜੀਸ਼ਨ ਐਡਵਰਟਾਈਜ਼ ਕਰਨੀ ਪੈਂਦੀ ਹੈ ਜੌਬ ਜੇ ਅਸੀਂ ਜੌਬ ਬੈਂਕ ਦੇ ਉੱਤੇ ਗੱਲ ਕਰੀਏ ਤੇ ਤੁਹਾਡੀ ਐਡਵਰਟਾਈਜ਼ਮੈਂਟ ਮਿਨੀਮਮ 28 ਦਿਨ ਚੱਲਣੀ ਚਾਹੀਦੀ ਹੈ ਮਤਲਬ 4 ਵੀਕਸ ਚੱਲਣੀ ਚਾਹੀਦੀ ਹੈ ਇਸੇ ਤਰ੍ਹਾਂ ਤੁਹਾਡੀ ਐਡਵਰਟਾਈਜ਼ਮੈਂਟ ਇੰਡੀਜਨਸ ਵੈਬਸਾਈਟਸ ਤੇ ਬਿਕੋਜ਼ ਤੁਸੀਂ ਇੰਡੀਜਨਸ ਪੀਪਲ ਲੋਕਾਂ ਵਾਸਤੇ ਪਹਿਲੇ ਉਹ ਐਡਵਰਟਾਈਜ਼ ਕਰਨਾ ਹੈਗਾ ਕਿ ਜੇ ਉਹਨਾਂ ਦੇ ਵਿੱਚੋਂ ਕੋਈ ਐਪਲੀਕੈਂਟ ਨਿਕਲ ਕੇ ਆਂਦਾ ਹੈਗਾ ਤੇ ਤੁਸੀਂ ਉਹਨੂੰ ਪੋਜੀਸ਼ਨ ਦੇਣੀ ਹੈਗੀ ਹੈ ਇਸੇ ਤਰ੍ਹਾਂ ਨਿਊ ਕਮਰਸ ਵੈਬਸਾਈਟਸ ਹੈਗੀਆਂ ਨਿਊ ਕਮਰਸ ਇਮੀਗ੍ਰੈਂਟਸ ਨੂੰ ਪਹਿਲੇ ਪੋਜੀਸ਼ਨ ਸਰਵ ਹੋਣੀ ਹੈ ਸੋ ਆਹ 3 ਜਗ੍ਹਾ ਤੁਹਾਡੀ ਪੋਜੀਸ਼ਨ ਜ਼ਰੂਰ ਪੋਸਟ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ 28 ਦਿਨ ਜਦੋਂ ਹੋ ਗਈ ਇੱਕ ਮਹੀਨਾ ਤੁਹਾਡੀ ਐਡਵਰਟਾਈਜ਼ਮੈਂਟ ਰਨ ਹੋ ਗਈ ਤੁਹਾਨੂੰ ਕੋਈ ਵੀ ਐਪਲੀਕੈਂਟ ਇਹੋ ਜਿਹਾ ਨਹੀਂ ਮਿਲਿਆ ਐਂਡ ਯੂ ਗੋਟ ਵਨ ਐਪਲੀਕੈਂਟ ਤੇ ਉਹ ਐਪਲੀਕੈਂਟ ਦੀ ਤੁਸੀਂ LMIA ਦੀ ਐਪਲੀਕੇਸ਼ਨ ਸਰਵਿਸ ਕੈਨੇਡਾ ਦੇ ਕੋਲ ਜਾ ਸਕਦੇ ਹੋ ਤੇ ਸਰਵਿਸ ਕੈਨੇਡਾ ਉਸ ਟਾਈਮ ਤੇ ਦੇਖਣਾ ਚਾਹੁੰਦਾ ਹੈ ਕਿ ਤੁਹਾਡੇ ਐਫਰਟਸ ਕੀ ਸੀਗੇ ਤੁਸੀਂ ਜੇ ਤੁਹਾਡੇ ਕੋਲ 100 ਐਪਲੀਕੈਂਟਸ ਨੇ ਅਪਲਾਈ ਕੀਤਾ ਤੁਸੀਂ 99 ਨੂੰ ਛੱਡ ਕੇ ਇੱਕ ਐਪਲੀਕੈਂਟ ਨੂੰ ਕਿਉਂ ਪਿਕ ਕੀਤਾ ਉਹ ਤੁਹਾਡੇ ਕੋਲ ਰੀਜ਼ਨਸ ਬੜੇ ਕਲੀਅਰ ਹੋਣੇ ਚਾਹੀਦੇ ਨੇ ਸੋ ਇਸੇ ਵਾਸਤੇ ਅਸੀਂ ਜਿਹੜਾ ਪੇਪਰ ਵਰਕ ਕਰਦੇ ਹਾਂ ਜਿਹੜੀ ਟ੍ਰੇਲ ਕਰਦੇ ਹਾਂ ਤੇ ਉਹ ਅਸੀਂ EMPLOYER ਨਾਲ ਬੈਠ ਕੇ ਇੱਕ ਚੀਜ਼ ਡਿਸਕਸ ਕਰਦੇ ਹਾਂ ਕਿ ਵਾਈ ਡਿਡ ਨਾਟ ਵੀ ਪਿਕ ਦਾ ਅਦਰ 99 ਵਾਈ ਆਰ ਵੀ ਪਿਕਿੰਗ ਦਿਸ ਅਪ ਜੇ ਤੁਹਾਡੇ ਰੀਜ਼ਨਸ ਕਲੀਅਰ ਹੈਗੇ ਨੇ ਤੁਹਾਡੇ ਕੋਲ ਐਂਪਲ ਪ੍ਰੂਫਸ ਹੈਗੇ ਨੇ ਤੇ ਸਰਵਿਸ ਕੈਨੇਡਾ ਵਾਲਾ ਆਫਿਸਰ ਹੀ ਵਿਲ ਡੈਫੀਨਿਟਲੀ ਅਪਰੂਵ ਦੈਟ ਐਪਲੀਕੇਸ਼ਨ ਸੋ ਐਸੇ ਕਰਕੇ ਇੱਕ ਤਰ੍ਹਾਂ ਜੀ ਖੁਦ ਜੀ ਕਹਿਣਾ ਚਾਹੂੰਗਾ ਸੋ ਫਾਰ ਵੀ ਹੈਵ ਨਾਟ ਲੋਸਟ ਅ ਸਿੰਗਲ ਐਪਲੀਕੈਂਟ ਜਿਹੜਾ EMPLOYER ਐਲੀਜੀਬਲ ਨਹੀਂ ਹੋਏਗਾ ਵੀ ਵਿਲ ਨਾਟ ਇਵਨ ਗੋ ਟੂ ਦਾ ਐਕਸਟੈਂਟ ਆਫ ਸਟਾਰਟਿੰਗ ਦੈਟ ਐਪਲੀਕੇਸ਼ਨ ਫॉर ਹਿਮ ਵੀ ਵਿਲ ਟੈਲ ਹਿਮ ਕਿ ਭਾਈ ਤੂੰ ਐਲੀਜੀਬਲ ਹੀ ਨਹੀਂ ਹੈਗਾ ਕਿਸੇ ਫੋਰਨ ਵਰਕਰ ਨੂੰ ਲੈ ਕੇ ਆਉਣ ਵਾਸਤੇ ਤੇ ਵਾਈ ਯੂ ਗੋਇੰਗ ਦਿਸ ਰਾਊਟ ਨਾ ਤੇ ਸਾਡੇ ਕੋਲ ਟਾਈਮ ਹੈਗਾ ਤੁਹਾਡਾ ਟਾਈਮ ਵੇਸਟ ਕਰਨ ਵਾਸਤੇ ਤੇ ਨਾ ਹੀ ਅਸੀਂ EMPLOYER ਦੇ ਪੈਸੇ ਵੇਸਟ ਕਰਨੇ ਹੈਗੇ ਨੇ ਬਿਕੋਜ਼ EMPLOYER ਨੇ ਸਾਨੂੰ ਸਰਵਿਸਿਜ਼ ਵਾਸਤੇ ਸਾਡੀ ਸਰਵਿਸਿਜ਼ ਰਿਟੇਨ ਕਰਨੀਆਂ ਪੈਸੇ ਦੇਣੇ ਹੈਗੇ ਨੇ ਸੋ ਵੀ ਵਿਲ ਨਾਟ ਗੋ ਟੂ ਦੈਟ ਐਕਸਟੈਂਟ ਅਸੀਂ ਜਿਹੜਾ ਕੇਸ ਲਵਾਂਗੇ ਲੁਕਿੰਗ ਇਨਟੂ ਯੋਰ ਡਾਕੂਮੈਂਟੇਸ਼ਨਸ ਵੀ ਵਿਲ ਮੇਕ ਸ਼ੋਰ ਦੈਟ ਇਟ ਗੋਸ ਥਰੂ ਬਿਲਕੁਲ ਸਰ ਤੁਸੀਂ ਕਿਹਾ ਸੀ ਕਿ 24 ਅਗਸਤ ਤੋਂ ਪਹਿਲਾਂ ਜਿਹੜੇ ਕਿ ਇੱਥੇ ਆਏ ਹੋਣੇ ਚਾਹੀਦੇ ਨੇ ਕਈ ਇਹ ਜਿਹੇ ਜਿਨ੍ਹਾਂ 24 ਅਗਸਤ ਤੋਂ ਪਹਿਲਾਂ ਵੀਜ਼ਾ ਲੱਗ ਗਿਆ ਪਰ ਪੈਂਡੈਮਿਕ ਦੇ ਕਰਕੇ ਆ ਨਹੀਂ ਸਕੇ ਇਨ ਦਾ ਮੇਨ ਟਾਈਮ ਇਨ ਫਿਊਚਰ ਵਿੱਚ ਜੇ ਇੱਥੇ ਆਉਂਦੇ ਨੇ ਕੀ ਉਹ ਇਸ ਲਈ ਅਪਲਾਈ ਕਰ ਸਕਦੇ ਨੇ ਤਰਨ ਜੀ ਹਾਲੇ ਜਿਹੜਾ ਪਾਇਲਟ ਸ਼ੁਰੂ ਕੀਤਾ ਗਿਆ ਉਹਨਾਂ ਵਾਸਤੇ ਹੈਗਾ ਜਿਹੜੇ 24 ਅਗਸਤ ਤੋਂ ਪਹਿਲੇ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ ਸੋ ਇਹ ਅੱਗੇ
ਹੋਏਗਾ ਜਾਂ ਐਕਸਪੈਂਡ ਹੋਏਗਾ, ਟਾਈਮ ਵਿਲ ਟੈਲ, ਬਟ ਐਜ਼ ਆਫ ਟੁਡੇ 24 ਅਗਸਤ ਤੱਕ ਦੀ ਹੀ ਡੈਡਲਾਈਨ ਹੈਗੀ ਇਹਨਾਂ ਹੈ। ਦੀਆਂ ਰਿਕੁਆਇਰਮੈਂਟਸ ਵੀ ਕੋਈ ਹੋਣਗੀਆਂ? ਹਾਂਜੀ, EMPLOYER ਦੀ ਰਿਕੁਆਇਰਮੈਂਟਸ ਹੈਗੀਆਂ ਕਿ EMPLOYER ਦਾ ਬਿਜ਼ਨਸ ਘੱਟੋ ਘੱਟ 2 ਸਾਲ ਪੁਰਾਣਾ ਹੋਣਾ ਚਾਹੀਦਾ ਆ। ਉਹਨਾਂ ਦੇ T2 ਐਂਡ T4 ਤੋਂ ਅਸੀਂ ਪੁੱਲ ਆਊਟ ਕਰ ਲੈਂਦੇ ਹਾਂ ਕਿ ਉਹਨਾਂ ਦਾ ਬਿਜ਼ਨਸ ਕਿੰਨਾ ਪੁਰਾਣਾ ਹੈ, ਕਿ ਉਹਨਾਂ ਦਾ ਰੈਵਨਿਊ ਕਿਸ ਤਰ੍ਹਾਂ ਦਾ ਹੈਗਾ, ਪ੍ਰੋਫਿਟੇਬਿਲਿਟੀ ਕਿਸ ਤਰ੍ਹਾਂ ਦੀ ਹੈਗੀ ਹੈ, ਕਿੰਨੇ EMPLOYEES ਉਹਨਾਂ ਦੇ ਕੋਲ ਕੰਮ ਕਰ ਰਹੇ ਨੇ, ਤਾਂ ਕਿ ਪਤਾ ਚੱਲੇ ਆਫਿਸਰ ਨੂੰ ਅਸੀਂ ਕਲੀਅਰਲੀ ਦੱਸ ਸਕੀਏ, ਡੈਮੋਨਸਟ੍ਰੇਟ ਕਰ ਸਕੀਏ। ਐਂਡ ਇੱਕ ਚੀਜ਼ ਹੋਰ ਸਭ ਤੋਂ ਇੰਪੋਰਟੈਂਟ ਜਿਹੜੀ ਇਸ ਟਾਈਮ ਰੋਲ ਪਲੇ ਕਰ ਰਹੀ ਹੈ ਕਿ ਤੁਹਾਡੇ EMPLOYEES ਕਿੰਨੇ ਲੇਡ ਆਫ ਹੈਗੇ ਨੇ। ਆਫਿਸਰ ਉਹ ਵੀ ਦੇਖਣਾ ਚਾਹੁੰਦਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾਉਣਾ ਚਾਹ ਰਹੇ। ਸੋ ਅਸੀਂ 3-4 ਕੇਸਿਸ ਤੇ ਇਹੋ ਜਿਹੇ ਲਿੱਤੇ ਹੈਗੇ ਨੇ ਜਿੱਥੇ EMPLOYEES ਬਿਜ਼ਨਸਮੈਨ ਚਾਹੁੰਦਾ ਹੈ ਕਿ ਮੇਰੇ EMPLOYEES ਵਾਪਸ ਆ ਕੇ ਮੇਰੇ ਕੋਲ ਕੰਮ ਕਰਨ, ਬਟ EMPLOYEES ਆਰ ਨਾਟ ਰੈਡੀ ਟੂ ਕਮ ਬੈਕ ਟੂ ਦਾ ਵਰਕ ਬਿਕੋਜ਼ ਹੋ ਸਕਦਾ ਉਹਨਾਂ ਨੂੰ CERB ਮਿਲ ਰਹੀ ਹੈ, ਗਵਰਨਮੈਂਟ ਤੋਂ ਏਡ ਮਿਲ ਰਹੀ ਹੈ, that could be one reason. Secondly, there could be another reason ਕਿ they don't feel that safety ਕਿ ਮੈਂ ਆ ਕੇ ਕੰਮ ਕਰੂੰਗਾ ਤੇ ਮੈਂ COVID ਆਪਣੇ ਘਰ ਲੈ ਕੇ ਜਾ ਸਕਦਾ। There could be health reasons in the family or in themselves, so that could be one reason. And ਅਸੀਂ ਉਹਨਾਂ layoffs ਵਾਲੀ ਪੋਜੀਸ਼ਨ ਤੇ ਵੀ ਅਸੀਂ successfully LMIAs ਲਿੱਤੇ ਹੈਗੇ ਨੇ। So again, it is how your consultant does your application that matters the most. ਟਰਕਿੰਗ ਦੀ ਫੀਲਡ ਵੀ ਗੱਲ ਕਰੀਏ, ਉਹ ਵੀ ਇੱਥੇ ਇਸ ਵਕਤ ਲੋਕਾਂ ਵਿੱਚ ਕਾਫੀ ਜ਼ਿਆਦਾ ਫੇਮਸ ਹੈਗਾ ਆ, ਤੇ ਜਿਹੜੇ ਇਸ ਵਕਤ ਵਿਜ਼ਟਰਸ ਆਏ ਉਹਨਾਂ ਕੋਲ ਕੈਨੇਡੀਅਨ ਇਸ ਵਕਤ ਲਾਇਸੈਂਸ ਵੀ ਹੈਗਾ ਆ, ਕਿ ਉਹ ਟਰਕਿੰਗ ਦੇ ਫੀਲਡ ਦੇ ਵਿੱਚ ਇਸ ਜੋ ਪਾਇਲਟ ਪ੍ਰੋਜੈਕਟ ਇਹਦਾ ਫਾਇਦਾ ਚੁੱਕ ਸਕਦੇ ਨੇ? 100% ਲੈ ਸਕਦੇ ਨੇ ਜੀ, ਬਿਕੋਜ਼ ਟਰਕਿੰਗ ਇਸ ਟਾਈਮ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਹੈਗਾ ਆ। ਐਂਡ ਟਰਕਿੰਗ ਦੇ ਵਿੱਚ ਦੇयर ਆਰ ਲੋਟ ਆਫ ਸ਼ਾਰਟਫਾਲਸ, ਲੇਬਰ ਦੀ ਹਿਊਜ ਸ਼ਾਰਟੇजेस ਚੱਲ ਰਹੀਆਂ ਹੈਗੀਆਂ। ਇਸੇ ਵਾਸਤੇ ਓਨਟਾਰੀਓ PNP ਨੇ ਟਰਕਿੰਗ ਵਾਸਤੇ ਸਪੈਸ਼ਲ ਪ੍ਰੋਗਰਾਮਸ ਵੀ ਉਲੀਕੇ ਹੋਏ ਨੇ। ਸੋ ਐਬਸੋਲੂਟਲੀ ਜੇ ਤੁਸੀਂ ਟਰੈਕਿੰਗ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈਗਾ ਆ ਤੇ ਤੁਸੀਂ AZ ਲਾਇਸੈਂਸ ਲੈ ਲਿਆ ਤੇ ਤੁਹਾਡੇ ਕੋਲ EMPLOYER ਦੇਣ ਵਾਸਤੇ EMPLOYER ਹੈਗਾ ਜਿਹੜਾ LMIA ਕਰਨ ਵਾਸਤੇ ਤਿਆਰ ਹੈਗਾ, ਤੇ ਯੂ ਕੈਨ ਆਲਵੇਜ਼ ਰੀਚ ਅਸ ਆਊਟ। ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਤੁਹਾਡੇ EMPLOYER ਦੀ ਇਨ ਪ੍ਰੋਸੈਸਿੰਗ ਦੈਟ ਐਪਲੀਕੇਸ਼ਨ। ਸਰ, ਜਿਹੜੀ ਫੀਲਡ ਦੇ ਵਿੱਚ ਆਪਾਂ ਸ਼ੋ ਕਰਨਾ ਹੈ ਜਾਂ ਆਪਾਂ ਐਪਲੀਕੇਸ਼ਨ ਲਗਾਉਣੀ ਹੈ, ਕਿ ਉਹਦਾ ਬੈਕ ਹੋਮ ਕੋਈ ਐਕਸਪੀਰੀਅੰਸ ਵੀ ਕਾਊਂਟ ਹੋਏਗਾ? ਤਰਨ ਜੀ ਬਿਲਕੁਲ ਐਬਸੋਲੂਟਲੀ ਇਹਦੇ ਵਿੱਚ ਮੈਟਰ ਕਰੇਗਾ। ਅਸੀਂ ਹਮੇਸ਼ਾ ਕਹਿੰਦੇ ਕਿ ਤੁਹਾਡੇ ਕੋਲ ਸਿਮਿਲਰ ਐਕਸਪੀਰੀਅੰਸ ਬੈਕ ਹੋਮ ਦਾ ਹੋਵੇ ਤੇ ਇਟ ਇਜ਼ ਆਲਵੇਜ਼ ਹੈਲਪਫੁਲ, ਬਿਕੋਜ਼ ਉਹਦੇ ਵਾਸਤੇ ਆਫਿਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਹੈਗਾ। ਬਾਰਡਰ ਤੇ ਤੁਹਾਨੂੰ ਯਾਦ ਹੈਗਾ ਜਿਹੜੇ ਵੀ ਐਪਲੀਕੈਂਟਸ ਫਲੈਗ ਪੋਲਿੰਗ ਕਰਨ ਜਾਂਦੇ ਸੀ 90% 80% ਰਿਫਿਊਜ਼ਲ ਆਣੇ ਸ਼ੁਰੂ ਹੋ ਗਏ ਸੀਗੇ। ਦਾ ਰੀਜ਼ਨ ਇਸ ਕਿ ਉੱਥੇ ਸ਼ੋ ਕੀਤਾ ਤੁਸੀਂ IT ਕੰਸਲਟੈਂਟ ਹੈਗੇ ਹੋ, ਇੱਥੇ ਤੁਸੀਂ ਫਾਰਮ ਵਰਕਰ ਦਾ ਜਾ ਕੇ LMIA ਲੈ ਕੇ ਜਾ ਰਹੇ ਹੋਗੇ ਹੋ, ਤੇ ਆਫਿਸਰ ਵੀ ਕਿਸ ਤਰ੍ਹਾਂ ਜਸਟੀਫਾਈ ਕਰੇਗਾ ਆਪਣੀ ਜੌਬ ਨੂੰ। ਸੋ ਦੈਟ ਵਾਸ ਵਨ ਰੀਜ਼ਨ। ਅਸੀਂ ਹਮੇਸ਼ਾ ਕਹਿੰਦੇ ਕਿ ਤੁਹਾਡੇ ਕੋਲ ਜੇ ਰੈਲੇਵੈਂਟ ਐਕਸਪੀਰੀਅੰਸ ਹੈਗਾ, ਜਿਸ ਫੀਲਡ ਦੀ ਤੁਸੀਂ LMIA ਲਿੱਤੀ ਹੈਗੀ ਹੈ, ਤੇ ਇਟ ਵਿਲ ਡੈਫੀਨੇਟਲੀ ਹੈਲਪ ਯੂ। ਇਸ ਵਕਤ ਅਸੀਂ ਦੇਖਿਆ ਜੋ ਲੇਟੈਸਟ ਡਰਾ ਪਿੱਛੇ ਨਿਕਲਿਆ ਵਾ 454 ਦਾ ਡਰਾ ਨਿਕਲਿਆ ਵਾ, ਕਿਤੇ 431 ਤੱਕ CEC ਪਹੁੰਚ ਚੁੱਕਿਆ ਸੀ। ਸੋ ਹੁਣ ਸਟੂਡੈਂਟਸ ਲਈ ਕੀ ਆਪਸ਼ਨ ਤੁਸੀਂ ਦਵੋਗੇ? ਤਰਨ ਜੀ, ਕੈਨੇਡੀਅਨ ਐਕਸਪੀਰੀਅੰਸ ਕਲਾਸ ਵੀ ਹੈਵ ਸੀਨ ਲੋਟ ਆਫ ਅਪਸ ਐਂਡ ਡਾਊਨਸ। ਜਦੋਂ ਲਾਕਡਾਊਨ ਹੋਇਆ ਸੀਗਾ 431 ਤੱਕ ਸਕੋਰ ਡ੍ਰੌਪ ਕਰ ਗਿਆ ਸੀਗਾ। ਨਾਓ ਇਟ ਇਜ਼ ਅਗੇਨ ਬੈਕ ਅਪ 454 ਤੱਕ। ਸਟੂਡੈਂਟਸ ਜਿਹੜੇ ਵਿਦ ਇਨ ਕੈਨੇਡਾ ਮੌਜੂਦ ਹੈਗੇ ਨੇ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਆਪਣੇ EMPLOYER ਨੂੰ ਕਹੋ ਕਿ ਤੁਹਾਨੂੰ LMIA ਕਰਾ ਕੇ ਦੇਣ, ਖਾਸ ਕਰ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਹੋਣੇ। ਡੋਂਟ depend entirely on PNP, because recently ਵੀ ਅਸੀਂ ਦੇਖਿਆ Ontario PNP ਜਦੋਂ ਖੁੱਲਿਆ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ EMPLOYER driven stream ਦੇ ਵਿੱਚ, it just closed within half an hour। ਪਤਾ ਵੀ ਨਹੀਂ ਚੱਲਿਆ ਕਿ ਕਦੋਂ ਖੁੱਲਿਆ ਤੇ ਕਦੋਂ ਬੰਦ ਹੋ ਗਿਆ, ਤੇ ਪਤਾ ਚੱਲਿਆ ਕਿ ਐਪਲੀਕੇਸ਼ਨਸ ਵੀ ਪੂਰੀਆਂ ਹੋ ਗਈਆਂ। ਸੋ ਜਿੰਨੇ ਵੀ ਐਪਲੀਕੈਂਟਸ ਵਿਦਿਨ ਕੈਨੇਡਾ ਮੌਜੂਦ ਹੈਗੇ ਨੇ ਇੰਟਰਨੈਸ਼ਨਲ ਸਟੂਡੈਂਟਸ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਭਾਈ ਪਲਾਨ ਯੋਰ ਫਿਊਚਰ ਵੈਰੀ ਵੈਲ, ਡੂ ਨਾਟ ਵੇਸਟ ਯੋਰ ਟਾਈਮ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ EMPLOYER ਨਾਲ ਕੰਮ ਕਰ ਰਹੇ ਹੋ। ਉਹ EMPLOYER ਤੁਹਾਨੂੰ ਕੱਲ ਨੂੰ ਸਪੋਰਟ ਵੀ ਕਰੇਗਾ ਇਨ your application and your endeavor towards permanent residency LMIA ਦੇ ਨਾਲ, ਜਾਂ ਅਦਰਵਾਈਜ਼ ਜਾਂ ਪੀ ਨਹੀਂ ਕਰੇਗਾ। ਜੇ ਨਹੀਂ ਕਰੇਗਾ ਤੇ ਮੂਵ ਟੂ ਦੋਜ਼ ਪੋਜੀਸ਼ਨਸ ਜਿਹੜੇ EMPLOYER ਜਿਹੜੇ ਤੁਹਾਨੂੰ ਹੈਲਪ ਨੂੰ ਕਰਨ ਨੂੰ ਤਿਆਰ ਹੈਗੇ ਨੇ। ਐਂਡ ਜੇ ਤੁਸੀਂ NOC ਜਾਂ ਸਸਟੇਨਿੰਗ ਜੌਬ ਦੇ ਵਿੱਚ ਹੀ ਇੱਥੇ ਬੈਠੇ ਹੋਏ ਹੋ, ਥਿੰਕ 10 ਟਾਈਮਸ ਕਿ ਤੁਹਾਡੇ ਮਾਪਿਓ ਨੇ ਬੜੇ ਔਖੇ ਹੋ ਕੇ ਕਈ ਸਰਫੇ ਕਰਕੇ ਤੁਹਾਨੂੰ ਇੱਥੇ ਪੜਨ ਵਾਸਤੇ ਭੇਜਿਆ। ਐਂਡ ਡੂ ਨਾਟ ਪਲੇ ਵਿਦ ਯੋਰ ਫਿਊਚਰ। ਐਂਡ ਜਿਹੜੇ ਐਪਲੀਕੈਂਟਸ ਮੈਰਿਡ ਹੈਗੇ ਨੇ, ਇੱਕ ਸਪਾਊਸ ਪੜ ਰਿਹਾ, ਇੱਕ ਸਪਾਊਸ ਕੰਮ ਕਰ ਰਿਹਾ, ਅਸੀਂ ਇਹੋ ਜਿਹੇ ਸਾਰੇ ਸਪਾਊਸਸ ਨੂੰ ਕਹਿੰਦੇ ਆ, ਕਪਲਸ ਨੂੰ ਕਹਿੰਦੇ ਆ ਕਿ ਕਮ ਡਾਊਨ ਐਂਡ ਮੇਕ ਐਨ ਅਪਾਇੰਟਮੈਂਟ ਵਿਦ ICC ਇਮੀਗ੍ਰੇਸ਼ਨ। ਅਸੀਂ ਜਦੋਂ ਤੁਹਾਡੇ ਨਾਲ ਆ ਕੇ ਬੈਠਦੇ ਹੋ, ਅਸੀਂ ਇੱਕ ਇੱਕ ਚੀਜ਼ ਡਿਸਕਸ ਕਰਦੇ ਹਾਂ ਕਿ ਤੁਹਾਡਾ ਕਿਹੜਾ ਸਪਾਊਸ ਈਜ਼ੀਲੀ ਕੁਆਲੀਫਾਈ ਕਰ ਸਕਦਾ, ਤਾਂ ਕਿ ਤੁਸੀਂ ਉਸ ਐਂਡੇਵਰ ਦੇ ਨਾਲ ਕੰਮ ਕਰ ਸਕੋ ਐਂਡ ਵਰਕ ਟੁਵਰਡਸ ਯੋਰ ਇਮੀਗ੍ਰੇਸ਼ਨ। ਐਂਡ ਜੇ ਓਨਟਾਰੀਓ ਦੇ ਵਿੱਚ ਬੈਠੇ ਹੋਏ ਤੁਹਾਨੂੰ 1.5 ਸਾਲ ਹੋ ਗਿਆ, ਜਾਂ BC ਦੇ ਵਿੱਚ ਬੈਠੇ ਹੋਏ 1.5 ਸਾਲ ਹੋ ਗਿਆ, ਕੁਝ ਸਮਝ ਨਹੀਂ ਆ ਰਿਹਾ, ਅਸੀਂ ਕਹਾਂਗੇ ਕਿ ਤੁਹਾਡੇ ਕੋਲ ਟਾਈਮ ਪੀਰੀਅਡ ਜਿਹੜਾ ਅੱਗੇ ਰਹਿ ਗਿਆ ਉਹ ਸਿਰਫ 18 ਮਹੀਨਿਆਂ ਦਾ ਰਹਿ ਗਿਆ ਹੈਗਾ, 1.5 ਸਾਲ ਦਾ ਰਹਿ ਗਿਆ, ਉਹ ਵੇਸਟ ਨਾ ਕਰਨ ਦਿਓ। ਸੋ ਉਹ ICC ਇਮੀਗ੍ਰੇਸ਼ਨ ਨਾਲ ਤੁਸੀਂ ਅਪਾਇੰਟਮੈਂਟ ਬਣਾ ਕੇ ਡਿਸਕਸ ਕਰ ਸਕਦੇ ਹੋ। ਸਾਡੇ ਕੋਲ ਹਲੇ ਵੀ ਕਾਫੀ ਸਾਰੀ ਓਪਨਿੰਗਸ ਹੈਗੀਆਂ ਐਟਲਾਂਟਿਕ ਪ੍ਰੋਵਿੰਸਸ ਦੀਆਂ, ਐਂਡ ਉੱਥੇ ਜਾ ਕੇ ਤੁਸੀਂ 1 ਸਾਲ ਜਾਂ ਕੁਝ ਇੰਸਟੈਂਸਿਸ ਦੇ ਵੀ 6 ਮਹੀਨੇ ਕੰਮ ਕਰਨ ਤੋਂ ਬਾਅਦ PNP ਵਾਸਤੇ ਐਲੀਜੀਬਿਲਿਟੀ ਬਣ ਸਕਦੀ ਹੈ। ਐਂਡ ਉੱਥੇ ਨਾ ਤੇ ਤੁਹਾਨੂੰ 8777 ਚਾਹੀਦੇ ਨੇ, ਯੂ ਰੀਡ ਰੀਜ਼ਨੇਬਲੀ ਗੁੱਡ ਲੈਂਗੁਏਜ ਸਕਿੱਲਸ, 1 ਸਾਲ ਐਕਸਪੀਰੀਅੰਸ ਹੋ ਗਿਆ, 6 ਮਹੀਨੇ ਐਕਸਪੀਰੀਅੰਸ ਹੋ ਗਿਆ, ਤੇ ਤੁਸੀਂ ਸਟ੍ਰੇਟ ਅਵੇ ਕੁਆਲੀਫਾਈ
ਕੁਆਲੀਫਾਈ ਕਰ ਸਕਦੇ ਹੋ। ਆਪਣੇ CV ਸਾਡੇ ਕੋਲ ਭੇਜ ਸਕਦੇ ਹੋ ਜਾਂ ਸਾਡੇ ਨਾਲ 1-on-1 ਅਪਾਇੰਟਮੈਂਟ ਬਣਾ ਸਕਦੇ ਹੋ। ਬਟ ਅਗੇਨ ਇੱਥੇ ਬੈਠੇ ਹੋਏ ਸੋਚੀ ਜਾਓਗੇ ਕਿ ਇਹ ਹੋਏਗਾ ਉਸ ਤਰ੍ਹਾਂ ਹੋਏਗਾ, ਡੂ ਨਾਟ ਡੂ ਦੈਟ, ਪਲਾਨ ਯੋਰ ਫਿਊਚਰ ਨਾਓ। ਵਿਦ ਇਨ ਕੈਨੇਡਾ ਸਪਾਊਸਲ ਜੇ ਵੀਜ਼ਾਸ ਦੀ ਗੱਲ ਕੀਤੀ ਜਾਵੇ ਇਸ ਵਕਤ ਕੀ ਸਕੋਪ ਹੈਗਾ ਉਹਨਾਂ ਦਾ? ਤਰਨ ਜੀ ਮੇਰਾ ਐਕਚੁਅਲ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਸੀਗਾ ਉਹ ਤੇ ਸਾਲ ਹੈਗਾ ਜੀ ਸਪਾਊਸਲ ਐਪਲੀਕੇਸ਼ਨ, ਚਾਹੇ ਅਸੀਂ ਵਿਦ ਇਨ ਕੈਨੇਡਾ ਕਹ ਲਈਏ ਚਾਹੇ ਆਊਟਸਾਈਡ ਕਹ ਲਈਏ, ਫਰੋਮ ਐਨੀ ਕੰਟਰੀ ਕਹ ਲਈਏ। ਬਟ ਰੀਸੈਂਟਲੀ ਬਿਕੋਜ਼ ਆਫ ਦਾ ਲੋਕਡਾਊਨ ਅਗੇਨ ਥਿੰਗਸ ਹੈਵ ਰੀਅਲੀ ਸਲੋਡ ਡਾਊਨ। ਜਿਨ੍ਹਾਂ ਦੇ ਮੈਡੀਕਲ ਰਿਕੁਐਸਟ ਵੀ, ਜਿਨ੍ਹਾਂ ਦੇ ਪਾਸਪੋਰਟ ਰਿਕੁਐਸਟ ਵੀ ਆਈ ਹੋਈ ਸੀ, ਉਹਨਾਂ ਦੀ ਸਟੈਂਪਿੰਗ ਅੱਜ ਕੱਲ੍ਹ ਡਿਲੇਡ ਹੈਗੀ ਹੈ। ਦੇयर ਆਰ ਸਮ ਕਾਉਂਸਲੇਟ ਜਿੱਥੇ ਕੰਮ ਹੋਣਾ ਸ਼ੁਰੂ ਹੋ ਗਿਆ, ਬਟ ਇੰਡੀਆ ਵਰਗੀ ਕਾਉਂਸਲੇਟ ਦੀ ਗੱਲ ਕਰੀਏ ਹਾਲੇ ਵੀ ਡਿਲੇਡ ਪ੍ਰੋਸੈਸਿੰਗ ਚੱਲ ਰਹੀ ਹੈਗੀ ਹੈ ਬਿਕੋਜ਼ ਹਾਲੇ ਵੀ ਥਿੰਗਸ ਹੈਵ ਨਾਟ ਓਪਨਡ ਅਪ। ਐਂਡ ਖਾਸ ਕਰ ਜਿਹੜਾ ਹੁਣ ਜਿਹੜਾ ਨੰਬਰਸ ਹੈਗੇ ਨੇ ਦੇ ਆਰ ਰੀਅਲੀ ਗੋਇੰਗ ਅਪ ਇਨ ਇੰਡੀਆ। ਸੋ ਆਈ ਡੋਂਟ ਥਿੰਕ ਸੋ ਕਿ ਆਉਣ ਵਾਲੇ ਇਮੀਡੀਏਟਲੀ 2-3 ਹਫ਼ਤਿਆਂ ਦੇ ਵਿੱਚ ਕੁਝ ਖੁੱਲਣ ਵਾਲਾ ਹੈਗਾ। ਸਪਾਊਸਸ ਜਿਹੜੇ ਵਿਦ ਇਨ ਕੈਨੇਡਾ ਮੌਜੂਦ ਹੈਗੇ ਨੇ, ਅਸੀਂ ਉਹਨਾਂ ਨੂੰ ਕਹਾਂਗੇ ਕਿ ਭਾਈ ICC ਇਮੀਗ੍ਰੇਸ਼ਨ ਤੇ ਆ ਕੇ ਡਿਸਕਸ ਕਰ ਲਓ। ਐਂਡ ਜੇ ਤੁਹਾਨੂੰ ਜੇ ਇੰਡੀਆ ਤੋਂ ਬਾਹਰ ਤੁਹਾਡਾ ਸਪਾਊਸ ਹੈਗਾ ਤੇ ਗੈਟ ਹਿਮ ਔਰ ਹਰ ਏਅਰ ਔਨ ਅ ਵਰਕ ਪਰਮਿਟ ਐਂਡ ਉਹ ਐਲੀਜੀਬਿਲਿਟੀ ਤੁਹਾਡੀ ਹੈਗੀ ਹੈ, ਤਾਂ ਉਹਦੇ ਵਾਸਤੇ ਤੁਸੀਂ 1-on-1 ਸਾਡੇ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ। ਐਂਡ ਸਪਾਊਸਲ ਐਪਲੀਕੇਸ਼ਨ ਦੇ ਵਿੱਚ ਜੇ ਕਿਸੇ ਦੀ ਇੰਟਰਵਿਊ ਆਈ ਹੈ ਕਿਸੇ ਵੀਜ਼ਾ ਪੋਸਟ ਤੇ, ਪਲੀਜ਼ ਮੇਕ ਸ਼ੋਰ ਦੈਟ ਯੂ ਆਰ ਵੈਲ ਪ੍ਰਿਪੇਅਰਡ। ਤੁਹਾਡੇ ਸਪਾਊਸ ਜਿਹੜੇ ਇੰਡੀਆ, ਪਾਕਿਸਤਾਨ, ਮਿਡਲ ਈਸਟ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਨੇ, ਦੇ ਸ਼ੁੱਡ ਨੋ ਇਨ ਐਂਡ ਆਊਟ ਅਬਾਊਟ ਯੂ। ਜੇ ਤੁਹਾਡੀ ਸੈਕੰਡ ਮੈਰਿਜ ਹੈ, ਹੀ ਔਰ ਸ਼ੀ ਸ਼ੁੱਡ ਨੋ ਕਿ ਤੁਹਾਡੀ ਡਾਈਵੋਰਸ ਕਿਉਂ ਹੋਇਆ, ਕਦੋਂ ਹੋਇਆ। ਜੇ ਤੁਹਾਡੇ ਕੋਈ ਆਫਸਪ੍ਰਿੰਗ, ਤੁਹਾਡੇ ਬੱਚੇ ਹੈਗੇ ਨੇ, ਉਹਨਾਂ ਮੈਰਿਜਸ ਤੋਂ ਤੇ ਇਸ਼ੂਜ਼ ਹੈਗੇ ਨੇ, ਤੇ ਉਹ ਤੁਹਾਡੇ ਸਪਾਊਸ ਨੂੰ ਪਤਾ ਹੋਣੇ ਚਾਹੀਦੇ ਨੇ। ਤੁਸੀਂ ਕੀ ਜੌਬ ਕਰਦੇ ਹੋ, ਤੁਸੀਂ ਕਿਸ ਤਰ੍ਹਾਂ ਦੀ ਘਰ ਦੇ ਵਿੱਚ ਰਹਿੰਦੇ ਹੋ, ਤੁਹਾਡੇ ਨਾਲ ਹੋਰ ਕੌਣ ਰਹਿੰਦਾ, ਕਿਹੜੇ ਫੈਮਿਲੀ ਮੈਂਬਰਸ ਹੈਗੇ ਨੇ, ਯੂਰ ਸਪਾਊਸ ਸ਼ੁੱਡ ਨੋ। ਜੇ ਤੁਹਾਨੂੰ ਆ ਬੇਸਿਕ ਚੀਜ਼ਾਂ ਨਹੀਂ ਪਤਾ ਹੋਣਗੀਆਂ ਤੇ ਆਫਿਸਰ ਨੂੰ ਲੱਗੇਗਾ ਕਿ ਦਿਸ ਇਜ਼ ਅ ਮੈਰਿਜ ਆਫ ਕਨਵੀਨੀਅੰਸ। ਸੋ ਉੱਥੇ ਆ ਕੇ ਤੁਸੀਂ ਤੁਹਾਡਾ ਇਸ਼ੂ ਆ ਜਾਏਗਾ, ਪ੍ਰੋਬਲਮ ਆ ਜਾਏਗੀ। ਐਂਡ ਇਨ ਕੇਸ ਕਿਸੇ ਦਾ ਕੋਈ ਰਿਫਿਊਜ਼ਲ ਹੈਗਾ ਸਪਾਊਸਲ ਐਪਲੀਕੇਸ਼ਨ ਦਾ, ਪਲੀਜ਼ 1-on-1 ਅਪਾਇੰਟਮੈਂਟ ਬਣਾਓ, ਸਾਡੇ ਨਾਲ ਆ ਕੇ ਡਿਸਕਸ ਕਰੋ। ਇਸੇ ਤਰ੍ਹਾਂ ਤਰਨ ਜੀ ਇੱਕ ਚੀਜ਼ ਹੋਰ ਅਸੀਂ ਦੇਖਦੇ ਹਾਂ, ਪਿੱਛੇ ਕਾਫੀ ਜ਼ਿਆਦਾ ਰੁਝਾਨ ਹੋ ਗਿਆ ਸੀਗਾ ਕਿ ਸਪਾਊਸ ਟੋਰਾਂਟੋ 에ਅਰਪੋਰਟ ਤੇ ਖੜਾ ਹੈ ਤੇ ਜਿਹੜਾ ਸਪਾਊਸ ਲੈਂਡ ਕਰ ਰਿਹਾ ਉਹ BC ਲੈਂਡ ਕਰਕੇ ਪਤਾ ਹੀ ਨਹੀਂ ਚੱਲਦਾ ਕਿ ਕਿੱਥੇ ਗਿਆ। ਸੋ ਇਨ ਕੇਸ ਕੋਈ ਇਹੋ ਜਿਹੀ ਕਿਸੇ ਵੀ ਪਰਿਵਾਰ ਦੇ ਵਿੱਚ, ਕਿਸੇ ਵੀ ਫੈਮਿਲੀ ਦੇ ਨਾਲ, ਕਿਸੇ ਇੰਡੀਵਿਜੂਅਲ ਦੇ ਨਾਲ ਇਹੋ ਜਿਹੀ ਘਟਨਾ ਹੋਈ ਹੈ ਤੇ ICC ਨਾਲ ਇਮੀਗ੍ਰੇਸ਼ਨ ਦੇ ਨਾਲ ਅਪਾਇੰਟਮੈਂਟ ਬਣਾਓ। ਤੁਸੀਂ ਉਹਨਾਂ ਦੀ ਇਮੀਗ੍ਰੇਸ਼ਨ ਤਾਂ ਨਹੀਂ ਕੈਂਸਲ ਕਰ ਸਕਦੇ, ਬਟ ਦੇयर ਆਰ ਲੋਟ ਆਫ ਅਦਰ ਥਿੰਗਸ ਯੂ ਕੈਨ ਡੂ ਫॉर such people। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਐਪਲੀਕੇਸ਼ਨਸ ਤੇ ਇਸ ਵਕਤ ਕਿੰਨੀਆਂ ਕੁ ਪ੍ਰੋਸੈਸਿੰਗ ਇਸ ਵਕਤ ਟਾਈਮ ਚੱਲ ਰਿਹਾ ਵਾ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਪਾਇਲਟਸ ਪ੍ਰੋਜੈਕਟ ਦੇ ਅੰਡਰ ਵੀ ਹੁਣ ਹੋਰ ਐਪਲੀਕੇਸ਼ਨਸ ਨਵੀਆਂ ਇਨਵਾਈਟ ਕੀਤੀਆਂ ਜਾ ਰਹੀਆਂ ਨੇ, ਇਨਵੀਟੇਸ਼ਨਸ ਦਿੱਤੇ ਜਾ ਰਹੇ ਨੇ, ਪਰ ਜਿਹੜੀਆਂ ਆਲਰੇਡੀ ਪਹਿਲਾਂ ਦੀਆਂ ਐਪਲੀਕੇਸ਼ਨਸ ਸੀ ਬੈਕਲੌਗ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ। ਸੋ ਕਿੰਨਾ ਕਿਸ ਵਕਤ ਟਾਈਮ ਚੱਲ ਰਿਹਾ ਐਪਲੀਕੇਸ਼ਨਸ ਨੂੰ ਲੈ ਕੇ? ਇਸ ਟਾਈਮ ਤੇ ਤਰਨ ਜੀ ਮੈਂ ਟਾਈਮ ਪੀਰੀਅਡ ਦੇ ਉੱਤੇ ਥੋੜਾ ਜਿਹਾ ਰਿਜ਼ਰਵ ਰਹੂੰਗਾ ਬਿਕੋਜ਼ ਵੀ ਹੈਵ ਟੂ ਕੀਪ ਆਵਰ ਪੇਸ਼ੈਂਸ ਨਾਓ। ਬਿਕੋਜ਼ ਜਿਸ ਤਰ੍ਹਾਂ ਥਿੰਗਸ ਓਪਨ ਹੋਣੀਆਂ ਸ਼ੁਰੂ ਹੋਣਗੀਆਂ, ਹਾਲਾਤ ਓਪਨ ਹੋਣੇ ਸ਼ੁਰੂ ਹੋਣਗੇ, ਐਮਬੈਸੀਜ਼ ਓਪਨਿੰਗ ਸ਼ੁਰੂ ਹੋਣਗੀਆਂ, ਉਸ ਤਰ੍ਹਾਂ ਐਪਲੀਕੇਸ਼ਨ ਤੇ ਉੱਤੇ ਕੰਮ ਹੋਣਾ ਸ਼ੁਰੂ ਹੋ ਜਾਏਗਾ। ਹਾਲੇ ਬੀ ਪੇਸ਼ੈਂਟ ਐਂਡ let's keep and wait ਕਿ everything should be positive। ਤੁਸੀਂ ਵਰਕ ਪਰਮਿਟ ਦੀ ਗੱਲ ਕੀਤੀ ਸੀ ਜਾਂ ਕਿ PR ਦੀ ਅਸੀਂ ਗੱਲ ਕਰੀਏ, ਤੁਸੀਂ ਕਿਹਾ ਸੀ ਸਟੂਡੈਂਟਸ ਨੂੰ ਇੱਕ ਆਪਸ਼ਨ ਦਿੱਤਾ ਕਿ ਆਪਣੇ EMPLOYEES ਨੂੰ ਕਹੋ ਕਿ ਸਾਨੂੰ LMIA ਪ੍ਰੋਵਾਈਡ ਕਰਵਾਉਣ। ਇੱਕ EMPLOYER ਕਿੰਨੀਆਂ LMIA ਪ੍ਰੋਵਾਈਡ ਕਰਵਾ ਸਕਦਾ ਇੱਕ ਟਾਈਮ ਦੇ ਵਿੱਚ? ਤਰਨ ਜੀ ਅਗੇਨ ਡਿਪੈਂਡ ਕਰਦਾ EMPLOYER ਦੇ ਕੋਲ ਕਿੰਨੇ EMPLOYEES ਹੈਗੇ ਨੇ, ਉਹਨਾਂ ਦਾ ਕਿੰਨਾ ਰੈਵਨਿਊ ਹੈਗਾ ਆ, ਉਹਨਾਂ ਦੀ ਪ੍ਰੋਫਿਟੇਬਿਲਿਟੀ ਕਿਸ ਤਰ੍ਹਾਂ ਦੀ ਹੈਗੀ ਹੈ। ਜੇ ਕੋਈ ਐਪਲੀਕੈਂਟ ਉੱਥੇ ਕੰਮ ਕਰ ਰਿਹਾ, ਅਸੀਂ ਨਾਰਮਲ ਜਿਹੜਾ ਬੇਸਿਕ ਥੰਬ ਰੂਲ ਲੈ ਕੇ ਚੱਲਦੇ ਹਾਂ, ਹਰ 2 ਜਾਂ 3 EMPLOYEES ਪਿੱਛੇ ਤੁਸੀਂ ਇੱਕ ਪੋਜੀਸ਼ਨ ਕਿਸੇ ਨੂੰ ਦੇ ਸਕਦੇ ਹੋ LMIA ਵਾਸਤੇ। ਐਂਡ LMIA ਵਾਸਤੇ ਆ ਵੀ ਜ਼ਰੂਰੀ ਨਹੀਂ ਹੈਗਾ ਕਿ ਜਿੰਨੇ ਵੀ ਤੁਹਾਡੇ ਕੋਲ EMPLOYEES ਹੋਣ ਉਹ ਸਾਰੇ PR ਜਾਂ ਸਿਟੀਜ਼ਨ ਹੀ ਹੋਣ। ਉਹ ਰਿਕੁਆਇਰਮੈਂਟ ਜਿਹੜੀ ਹੈਗੀ ਉਹ ਤੁਹਾਡੀ ਓਨਟਾਰੀਓ PNP ਦੀ ਜਾਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਦੀ ਹੈਗੀਆਂ। ਉਹ LMIA ਫੈਡਰਲ ਪ੍ਰੋਗਰਾਮ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਸੋ ਈਵਨ ਜੇ ਟੈਂਪਰੇਰੀ ਵਰਕਰਸ ਤੁਹਾਡੇ ਕੋਲ ਕੰਮ ਕਰ ਰਹੇ ਨੇ, ਟੈਂਪਰੇਰੀ ਸਟੇਟਸ ਤੇ ਹੈਗੇ ਨੇ, ਤਾਂ ਵੀ ਤੁਸੀਂ ਕਿਸੇ ਨੂੰ ਲੈ ਕੇ ਆ ਸਕਦੇ ਹੋ, LMIA ਇਸ਼ੂ ਕਰਾ ਸਕਦੇ ਹੋ ਆਪਣੇ EMPLOYEE ਵਾਸਤੇ। ਜੀ ਬਿਲਕੁਲ। ਤੇ ਇੱਕ ਆਖਰੀ ਜਿਹੜਾ ਸਾਨੂੰ ਕਈ ਵਾਰੀ ਕੁਐਸਚਨਸ ਵੀ ਆਉਂਦੇ ਆ, ਪੇਰੈਂਟਸ ਪ੍ਰੋਗਰਾਮ ਨੂੰ ਲੈ ਕੇ ਕੋਈ ਅਪਡੇਸ਼ਨ ਹੋਈ ਹੋਵੇ ਜਾਂ ਇਸ ਵਾਰੀ ਪੇਰੈਂਟਸ ਦਾ ਅਸੀਂ ਕਹਿ ਸਕਦੇ ਹਾਂ ਕਿ ਇਸ ਵਾਰੀ ਕੋਈ ਨਹੀਂ ਆਏਗਾ? Taran ji, hale there is no update as of today. We always keep our fingers crossed and hopefully ਆਉਣ ਵਾਲੇ ਸਮੇਂ ਦੇ ਵਿੱਚ we will have an announcement for those people who want to sponsor their parents। ਹਾਲਾਤ ਨਾਰਮਲ ਹੋਣ ਦੇ ਤੁਹਾਨੂੰ ਕਦੋਂ ਤੱਕ ਚਾਂਸਸ ਲੱਗਦੇ ਆ, ਖਾਸ ਤੌਰ ਤੇ ਸਟੂਡੈਂਟਸ ਜਿਹੜੇ ਆਊਟਸਾਈਡ ਕੈਨੇਡਾ ਬੈਠੇ ਨੇ ਇਸ ਵਕਤ ਆਨਲਾਈਨ ਸਟੱਡੀਜ਼ ਕਰ ਰਹੇ ਨੇ, ਕਦੋਂ ਤੱਕ ਪੋਸਿਬਿਲਿਟੀ ਲੱਗ ਰਹੀ ਹੈ ਤੁਹਾਨੂੰ? ਤਰਨ ਜੀ ਕੱਲੇ ਸਟੂਡੈਂਟਸ ਨਹੀਂ, ਬਹੁਤ ਸਾਰੀ ਫੈਮਿਲੀਜ਼, ਬਹੁਤ ਸਾਰੇ ਇੰਡੀਵਿਜੂਅਲਸ ਦੇ ਆਰ ਅਫੈਕਟਡ ਐਂਡ ਸਟੂਡੈਂਟ ਇਸ ਕਰਕੇ ਸਾਨੂੰ ਅਫੈਕਟਡ ਜ਼ਿਆਦਾ ਨਜ਼ਰ ਆਉਂਦੇ ਨੇ ਬਿਕੋਜ਼ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਕੈਨੇਡਾ ਲੈਂਡ ਕਰਦੇ ਨੇ। ਸੋ ਇਸ ਟਾਈਮ ਤੇ ਵੀ ਤਕਰੀਬਨ 6 ਲੱਖ ਸਟੂਡੈਂਟ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਪੜ੍ਹ ਰਹੇ ਤੇ ਐਬਸੋਲੂਟਲੀ ਦਿਸ ਇਜ਼ ਗੋਨਾ ਲਾਸਟ ਫॉर ਅ ਫਿਊ ਮੋਰ ਵੀਕਸ
weeks probably, and hopefully we see an end in October. ਬਿਲਕੁਲ ਜੀ, ਹਰ ਰੋਜ਼ ਨਵੀਆਂ ਚੇਂਜਸ ਇਸ ਵਕਤ ਅਸੀਂ ਆ ਰਹੀਆਂ ਨੇ, ਦੇਖ ਰਹੇ ਹਾਂ। ਸੋ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਮੀਗ੍ਰੇਸ਼ਨ ਸੰਬੰਧੀ? ਤਰਨ ਜੀ, ਇੱਕੋ ਹੀ ਚੀਜ਼ ਜਾਣ ਤੋਂ ਪਹਿਲਾਂ ਕਹਿਣਾ ਚਾਹਾਂਗਾ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਤੇ ਗੈਟ ਇਨ ਟੱਚ ਵਿਦ ਅ ਕੰਸਲਟੈਂਟ ਲਾਇਰ। ਟ੍ਰਾਂਸਪੇਰੈਂਟ ਐਡਵਾਈਸ ਲੈਣਾ ਚਾਹੁੰਦੇ ਹੋ ਤੇ ICC ਇਮੀਗ੍ਰੇਸ਼ਨ ਤੇ ਯੂ ਕੈਨ ਆਲਵੇਜ਼ ਸੀ ਅਸ। ਐਂਡ ICC ਇਮੀਗ੍ਰੇਸ਼ਨ ਤੇ RD and MD ਸਾਡੀ ਜਿਹੜੀ ਟੀਮ ਹੈਗੀ ਹੈ, ਮੇਰੇ ਤੋਂ RD ਸਾਹਿਬ ਤੋਂ ਇਲਾਵਾ ਹੋਰ ਵੀ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ। ਜਿੰਨਾ ਵੀ ਪ੍ਰੋਸੈਸਿੰਗ ਸਟਾਫ ਆ, ਦੇ ਆਰ ਆਲ ਥੋਰੋ ਪ੍ਰੋਫੈਸ਼ਨਲਸ। ਉਹ ਹੈਗੇ ਨੇ ਜਿਨ੍ਹਾਂ ਕੋਲ 8-8 10 ਸਾਲ 12-12 ਸਾਲ 13-13 ਸਾਲ 14-14 ਸਾਲ ਦਾ ਐਕਸਪੀਰੀਅੰਸ ਹੈਗਾ ਸਾਡੇ ਨਾਲ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰਦਿਆਂ ਹੋਇਆ। ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੈ ਵੀ ਵਿਲ ਲੈਟ ਯੂ ਨੋ, ਜਿਹੜੀ ਚੀਜ਼ ਪੋਸੀਬਲ ਨਹੀਂ ਹੈਗੀ ਵੀ ਵਿਲ ਟੈਲ ਯੂ ਦੈਟ ਐਜ਼ ਵੈਲ ਕਿ ਭਾਈ ਡੂ ਨਾਟ ਵੇਸਟ ਯੂਰ ਹਾਰਡ ਐਂਡ ਮਨੀ, ਟਾਈਮ, ਐਫਰਟਸ। ਨਾ ਸਾਡੇ ਕੋਲ ਟਾਈਮ ਵੇਸਟ ਕਰਨ ਵਾਸਤੇ ਹੈਗਾ, ਨਾ ਤੁਹਾਡੇ ਕੋਲ ਹੈਗਾ। ਸੋ ਵੀ ਵਿਲ ਨਾਟ ਇਵਨ ਸੁਜੈਸਟ ਯੂ ਗੋ ਟੂ ਦੈਟ ਰੂਟ। ਅੱਜ ਦੀ ਤਰੀਕ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਸਾਰਾ ਰਿਕੁਆਇਰਮੈਂਟਸ ਬਣੀਆਂ ਰਹਿਣਗੀਆਂ। ਦਾ ਰੀਜ਼ਨ ਇਜ਼ 9 ਮਿਲੀਅਨ ਬੇਬੀ ਬੂਮਰਸ ਕੈਨੇਡਾ ਦੇ ਰਿਟਾਇਰ ਹੋਣ ਜਾ ਰਹੇ ਨੇ ਆਉਣ ਵਾਲੇ 8 ਸਾਲਾਂ ਦੇ ਵਿੱਚ। 8 ਸਾਲਾਂ 10 ਸਾਲਾਂ ਦੇ ਵਿੱਚ ਜਦੋਂ 9 ਮਿਲੀਅਨ ਰਿਟਾਇਰ ਹੋ ਰਹੇ ਨੇ, ਸੋ ਦੈਟ ਇਜ਼ ਆਲਮੋਸਟ 1/4 ਆਫ ਦਾ ਪੋਪੂਲੇਸ਼ਨ ਇਜ਼ ਰਿਟਾਇਰਿੰਗ। ਸੋ ਦੈਟ ਮੀਨਸ ਕਿ ਉਹਨੂੰ ਆਫਸੈਟ ਕਰਨਾ ਬਹੁਤ ਹੀ ਜ਼ਰੂਰੀ ਹੈਗਾ। ਐਸੇ ਕਰਕੇ ਜਿਹੜਾ ਸਾਡਾ ਕੈਨੇਡਾ ਦਾ ਫੋਕਸ ਹੈਗਾ ਇਮੀਗ੍ਰੈਂਟਸ ਦੇ ਉੱਤੇ, ਸਟੂਡੈਂਟਸ ਦੇ ਉੱਤੇ ਬਣਿਆ ਹੋਇਆ ਹੈ। ਐਂਡ ਐਂਟਰਪ੍ਰੀਨਿਓਰਸ ਦੇ ਉੱਤੇ ਵੀ ਬਹੁਤ ਸਾਰਾ ਫੋਕਸ ਹੈਗਾ। ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ, ਇੰਡੀਆ, ਪਾਕਿਸਤਾਨ, ਮਿਡਲ ਈਸਟ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਕਿਤੇ ਵੀ ਬਿਜ਼ਨਸ ਰਨ ਕਰਦੇ ਹੋ, ਕੋਈ ਵੀ ਬਿਜ਼ਨਸ ਰਨ ਕਰਦੇ ਹੋ, देयर आर opportunities for you. Owner operator is one option, intra company transfer can be another option, startup visa can be a third option, PNP entrepreneurs can be the fourth option. ਜਦੋਂ ਤੁਸੀਂ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰਦੇ ਹੋ, ਅਸੀਂ ਹਮੇਸ਼ਾ ਕਹਿੰਦੇ ਕਿ 3 ਚੀਜ਼ਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਆਪਣੇ 3 ਸਾਲ ਦੇ ਬਿਜ਼ਨਸ ਫਾਈਨੈਂਸ਼ੀਅਲ, ਜੇ ਤੁਸੀਂ ਬਿਜ਼ਨਸ ਕਰ ਰਹੇ ਹੋ, ਜੇ ਤੁਸੀਂ ਸੀਨੀਅਰ ਮੈਨੇਜਮੈਂਟ ਦੇ ਵਿੱਚ ਜੌਬ ਕਰ ਰਹੇ ਹੋ ਤਾਂ ਵੀ ਤੁਸੀਂ PNPs ਦੇ ਵਿੱਚ ਕੁਆਲੀਫਾਈ ਕਰ ਸਕਦੇ ਹੈਗੇ ਹੋ। ਐਂਡ ਤੁਹਾਡੇ ਵਾਸਤੇ ਬੈਂਕ ਦੇ ਵਿੱਚ, IT ਸੈਕਟਰ ਦੇ ਵਿੱਚ, ਕਿਸੇ ਵੀ ਫੀਲਡ, ਆਰਥੋਡੋਂਟਿਕਸ, ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਹੈਗੇ ਹੋ, देयर आर लॉट ऑफ ऑप्शंस दैट कैन बी वर्कड आउट फॉर यू। सो अपनी डिटेल्स ਸਾਡੇ ਨਾਲ, ਆਪਣੇ ਬਿਜ਼ਨਸ ਫਾਈਨੈਂਸ਼ੀਅਲਸ 3 ਸਾਲ ਦੇ, ਜੇ ਬਿਜ਼ਨਸਮੈਨ ਹੈਗੇ ਹੋ CVs ਸ਼ੇਅਰ ਕਰੋ ਹਸਬੈਂਡ ਵਾਈਫ ਦਾ। ਐਂਡ ਵੀ ਵਿਲ ਸੁਜੈਸਟ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰੇਗਾ। ਇੱਕ ਹੋਰ ਸਰਵੇ ਆਇਆ ਤਰਨ ਜੀ ਕਿ ਪਿਛਲੇ 10-15 ਸਾਲਾਂ ਦੇ ਵਿੱਚ 25% ਜੌਬ ਨਵੇਂ ਇਮੀਗ੍ਰੈਂਟਸ ਨੇ, ਐਂਟਰਪ੍ਰੀਨਿਓਰਸ ਨੇ ਕ੍ਰੀਏਟ ਕੀਤੀਆਂ ਕੈਨੇਡਾ ਦੇ ਵਿੱਚ। ਸੋ ਵਿਚ ਇਜ਼ ਅ ਹਿਊਜ ਨੰਬਰ। ਸੋ ਐਸੇ ਵਾਸਤੇ ਐਂਟਰਪ੍ਰੀਨਿਓਰ ਦੇ ਉੱਤੇ ਫੋਕਸ ਬਹੁਤ ਜ਼ਿਆਦਾ ਹੈਗਾ। ਸੋ ਭਾਵੇਂ ਸਾਡੇ ਵੀਰ ਬੈਕ ਹੋਮ ਰੈਸਟੋਰੈਂਟ ਰਨ ਕਰ ਰਹੇ ਨੇ, ਹੋਟਲ ਰਨ ਕਰ ਰਹੇ ਨੇ, ਕੋਈ ਗੈਸ ਸਟੇਸ਼ਨ ਹੈਗਾ, ਕਿਸੇ ਦੀ ਵਰਕਸ਼ਾਪ ਹੈਗੀ ਹੈ, ਫੈਕਟਰੀ ਹੈਗੀ ਹੈ, ਕਿਸੇ ਵੀ ਤਰ੍ਹਾਂ ਦੀ ਟ੍ਰੇਡਿੰਗ ਕਰ ਰਹੇ ਹੋ, ਤਾਂ देयर आर ऑप्शंस दैट कैन बी वर्कड आउट फॉर यू। ਐਂਡ ਕੁਝ ਇੰਸਟੈਂਸਸ ਦੇ ਵਿੱਚ ਕਿ ਈਵਨ ਤੁਹਾਡੀ ਐਜੂਕੇਸ਼ਨ ਘੱਟ ਵੀ ਹੈਗੀ ਤਾਂ ਵੀ ਤੁਹਾਡੇ ਵਾਸਤੇ ਆਪਸ਼ਨਸ ਐਗਜ਼ਿਸਟ ਕਰਦੀਆਂ। ਸੋ ਡਿਟੇਲਸ ਵਾਸਤੇ ਸਾਡੇ ਨਾਲ 1-on-1 ਅਪਾਇੰਟਮੈਂਟ ਬਣਾ ਸਕਦੇ ਹੋ। ਜੇ ਤੇ ਤੁਸੀਂ 1 ਜਾਂ 2 ਸਵਾਲ ਪੁੱਛਣੇ ਨੇ ਜਾਂ 3 ਸਵਾਲ ਪੁੱਛਣੇ ਨੇ ਤੇ ਅਸੀਂ ਵੀ ਡੂ ਅ ਫ੍ਰੀ ਕੰਸਲਟੇਸ਼ਨ। ਬਟ ਜੇ ਤੁਸੀਂ ਚਾਹੁੰਦੇ ਹੋ ਕਿ ਵੀ ਡੂ ਅ ਇਨ ਡੈਪਥ ਕੰਸਲਟੇਸ਼ਨ ਲੁਕਿੰਗ ਐਟ ਆਲ ਆਪਸ਼ਨਸ ਫॉर ਯੂ, ਦੈਨ ਇਟ ਇਜ਼ ਆਲਵੇਜ਼ ਰਿਕਮੈਂਡਡ ਕਿ ਤੁਸੀਂ ਪੇਡ ਕੰਸਲਟੇਸ਼ਨ ਲਓ ਸਾਡੇ ਨਾਲ। ਉਹਦੇ ਨਾਲ ਅਸੀਂ 15-20 ਮਿੰਟ, ਅੱਧਾ ਘੰਟਾ ਤੁਹਾਡਾ ਕੇਸ ਇੱਕ ਚੀਜ਼ ਡਿਸਕਸ ਕਰਦੇ ਹਾਂ। ਐਂਡ ਸਭ ਤੋਂ ਇੰਪੋਰਟੈਂਟ ਚੀਜ਼, ਜਦੋਂ ਤੁਸੀਂ ਸਾਡੀ ਸਰਵਿਸਿਜ਼ ਲੈ ਲੈਂਦੇ ਹੋ ਤੇ ਜਿਹੜਾ ਤੁਸੀਂ ਕੰਸਲਟੇਸ਼ਨ ਚਾਰजेस ਦਿੱਤੇ ਉਹ ਅਸੀਂ ਐਡਜਸਟ ਕਰ ਦਿੰਦੇ ਹਾਂ ਫੀਸ ਦੇ ਵਿੱਚ। ਜੀ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸੋ ਆਪਣੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਜੀ, ਜਦੋਂ ਦਾ ਪੈਂਡੈਮਿਕ ਆਇਆ ਇਮੀਗ੍ਰੇਸ਼ਨ ਦੇ ਵਿੱਚ ਹਰ ਰੋਜ਼ ਨਵੀਆਂ ਅਪਡੇਸ਼ਨਸ ਸਾਹਮਣੇ ਆ ਰਹੀਆਂ ਨੇ। ਸੋ ਆਪਣਾ ਤੁਸੀਂ ਕੋਈ ਵੀ ਇਸ ਵਕਤ ਪ੍ਰੋਸੈਸਿੰਗ ਦੇ ਬਾਰੇ ਵਿੱਚ ਗੱਲ ਕਰਨੀ ਹੈ, ਇੱਕ ਵਾਰੀ ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰਸ ਤੁਹਾਨੂੰ ਮਿਲ ਚੁੱਕੇ ਨੇ। ਸੋ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਨਾਲ ਤੁਸੀਂ ਸੰਪਰਕ ਸਾਧ ਸਕਦੇ ਹੋ ਤੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।